ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਅਗਲੇ ਦਿਨ ਸ੍ਰੀ ਸਤਿਗੁਰੂ ਸੁੰਦਰ ਸਦਨ ਸੁਹਾਏ। ਮਸਲਤ ਕਰ ਬਹੁਤੀ ਸਕਲ ਨਿਮੇ ਕਮਲ ਪਦ ਪਾਏ। ਅਗਲੇ ਦਿਨ ਸ੍ਰੀ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਸਰੂਪ, ਗੁਰੂ ਖਾਲਸਾ ਸਾਧ ਸੰਗਤ ਜੀਓ, ਬਹੁਤ ਹੀ ਵਡਭਾਗੇ ਹੋ ਜੋ ਕਿ ਸੰਧਿਆ ਕਾਲ ਦੇ ਸਜੇ ਹੋਏ ਪਾਵਨ ਪਵਿੱਤਰ ਦਰਬਾਰਾਂ ਅੰਦਰ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਪਰ ਵਿਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀਆਂ ਪਾਵਨ ਪਵਿੱਤਰ ਹਾਜ਼ਰੀਆਂ ਭਰ ਰਹੇ ਹੋ। ਸਜੇ ਹੋਏ ਪਾਵਨ ਪਵਿੱਤਰ ਸੰਧਿਆ ਕਾਲ ਦੇ ਦੀਵਾਨਾਂ ਅੰਦਰ ਅੰਮ੍ਰਿਤ ਰੂਪ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਪਾਵਨ ਕਥਾ ਵਿਚਾਰ ਦਾ ਸਮਾਂ ਹੋਇਆ। ਮਨੋਬਿਰਤੀਆਂ ਦੇ ਤਾਈ ਇਕਾਗਰ ਕਰਦਿਆਂ ਹੋਇਆਂ ਪਾਵਨ ਪਵਿੱਤਰ ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ ਗੁਰੂ ਜਸ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸੋ ਕੱਲ ਦੇ ਦੀਵਾਨਾਂ ਅੰਦਰ ਆਪ ਗੁਰਸਿੱਖ ਸੰਗਤਾਂ ਪ੍ਰਸੰਗ ਸਰਵਣ ਕੀਤਾ ਕਿ ਨਾਹਨ ਦੇਸ਼ ਦੇ ਰਾਜੇ ਵੱਲੋਂ ਭੇਜਿਆ ਵਜ਼ੀਰ ਦੂਤ ਬਣ ਕੇ ਕਲਗੀਧਰ ਪਾਤਸ਼ਾਹ ਸਤਿਗੁਰਾਂ ਦੇ ਕੋਲ ਸ੍ਰੀ ਅਨੰਦਪੁਰ ਸਾਹਿਬ ਨਗਰੀ ਆਇਆ। ਸਤਿਗੁਰਾਂ ਦੇ ਸਜੇ ਦੀਵਾਨ ਵਿੱਚ ਹਾਜ਼ਰ ਹੋ ਕੇ ਮੇਦਨੀ ਪ੍ਰਕਾਸ਼ ਰਾਜੇ ਵੱਲੋਂ ਸਤਿਗੁਰਾਂ ਦੇ ਅੱਗੋਂ ਸਿਮਰ ਬੇਨਤੀ ਕਰਕੇ ਤੇ ਨਾਹਨ ਦੇਸ਼ ਦੇ ਵਿੱਚ ਆਮੰਤਰਿਤ ਕੀਤਾ ਹੈ। ਸਤਿਗੁਰਾਂ ਨੇ ਰਾਜੇ ਵੱਲੋਂ ਨਿਮੰਤਰਣ ਸੱਦਾ ਸੁਣ ਕੇ ਵਜ਼ੀਰ ਨੂੰ ਸ੍ਰੀ ਅਨੰਦਪੁਰ ਸਾਹਿਬ ਨਗਰੀ ਵਿੱਚ ਕੁਝ ਕਾਲ ਹੇਤੂ ਠਹਿਰਨ ਵਾਸਤੇ ਕਹਿੰਦਿਆਂ ਹੋਇਆਂ ਸਭਾ ਬਰਖਾਸਤ ਕੀਤੀ। ਸੰਧਿਆ ਜਿਸ ਵੇਲੇ ਸਭਾ ਬਰਖਾਸਤ ਹੋਈ, ਗੁਰਾਂ ਦੇ ਸਾਰੇ ਸੰਗੀ ਗੁਰਸਿੱਖ ਸਭਾ ਵਿੱਚੋਂ ਉੱਠੇ ਆਪੋ ਆਪਣੇ ਆਸਨਾਂ ਨੂੰ ਗਏ। ਗੁਰੂ ਉਪਮਾ ਕਰਦੇ ਮਸੰਦਾਂ ਨੇ ਪਰਸਪਰ ਸਲਾਹ ਕੀਤੀ ਕਿ ਕਿਉਂ ਨਾ ਸਤਿਗੁਰਾਂ ਨੂੰ ਕਹਿ ਕੇ ਤੇ ਨਾਹਨ ਨੂੰ ਭੇਜ ਦਿੱਤਾ ਜਾਵੇ ਤਾਂ ਕਿ ਭੀਮ ਚੰਦ ਨਾਲ ਬਣੀ ਵਿਰੋਧਤਾ ਕਾਰਨ ਜੋ ਜੰਗ ਹੋਣ ਦੇ ਇਹ ਹਾਲਾਤ ਬਣੇ ਹੋਏ ਹਨ, ਇਹ ਜੰਗ ਟਲ ਸਕਦਾ ਹੈ। ਮਾਤਾ ਜੀ ਨਾਲ ਜਾ ਕੇ ਮਸੰਦਾਂ ਸਲਾਹ ਕੀਤੀ। ਮਾਤਾ ਜੀ ਨੇ ਕਿਹਾ ਗੁਰਾਂ ਦੇ ਸੰਗੀ ਭਾਈ ਆਨੰਦ ਚੰਦ ਸੰਗੂ ਸ਼ਾਹ ਇਹਨਾਂ ਨੂੰ ਨਾਲ ਮਿਲਾਓ ਤਾਂ ਗੁਰੂ ਮੰਨ ਸਕਦੇ ਹਨ। ਤਦੋਂ ਮਸੰਦਾਂ ਨੇ ਗੁਰਾਂ ਦੇ ਨਿਕਟਵਰਤੀ ਸਾਰੇ ਸਿੱਖਾਂ ਦੇ ਨਾਲ ਸਤਿਗੁਰਾਂ ਨੂੰ ਨਾਹਨ ਭੇਜਣ ਦੇ ਬਾਬਤ ਸਲਾਹ ਕਰਕੇ ਇਹ ਮਤਾ ਠਹਿਰਾਇਆ ਕਿ ਬਹੁਤ ਉਚਿਤ ਗੱਲ ਹੈ, ਸਤਿਗੁਰਾਂ ਨੂੰ ਨਾਹਨ ਭੇਜ ਦਿੱਤਾ ਜਾਵੇ। ਇਹ ਪ੍ਰਸੰਗ ਆਪਾਂ ਕੱਲ ਦੇ ਦੀਵਾਨਾਂ ਅੰਦਰ ਸਰਵਣ ਕਰ ਚੁੱਕੇ ਹਾਂ
ਇਸ ਤੋਂ ਅੱਗੋਂ ਪਾਵਨ ਕਥਾ ਦੀ ਆਰੰਭਤਾ ਹੋ ਰਹੀ ਹੈ। ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ, ਗੁਰੂ ਜਸ ਸਰਵਣ ਕਰ, ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਅਗਲੇ ਦਿਨ ਸ੍ਰੀ ਸਤਿਗੁਰੂ। ਅਗਲਾ ਦਿਨ ਹੋਇਆ ਤਾਂ ਸਤਿਗੁਰੂ ਜੀ ਸੁੰਦਰ ਸਦਨ ਸੁਹਾਏ। ਸੋਹਣੇ ਸਦਨ ਘਰ ਦੇ ਵਿੱਚ ਬਹੁਤ ਸ਼ੋਭਾ ਪਾ ਰਹੇ ਹੈ। ਮਸਲਤ ਕਰ ਬਹੁਤੇ ਸਕਲ। ਬਹੁਤੀ ਮਸਲਤ ਸਲਾਹ ਕਰਕੇ ਸਾਰੇ ਹੀ ਨਿਮੇ ਕਮਲ ਪਦ ਪਾਏ। ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਉੱਪਰ ਜਾ ਕੇ ਨਿਵੇ ਨਤਮਸਤਕ ਹੋਏ। ਹਾਕਲ ਛੰਦ ਸ੍ਰੀ ਗੁਜਰੀ ਤਬ ਚਲ ਆਈ। ਸਾਰੇ ਗੁਰਸਿੱਖ ਜਿਸ ਵੇਲੇ ਦੀਵਾਨ ਵਿੱਚ ਪਹੁੰਚ ਗਏ, ਮਾਤਾ ਗੁਜਰੀ ਜੀ ਵੀ ਸਤਿਗੁਰਾਂ ਕੋਲ ਆਏ। ਸਨਮਾਨਤ ਊਚ ਬਿਠਾਈ। ਸਤਿਗੁਰਾਂ ਸਨਮਾਨ ਕਰਦਿਆਂ ਮਾਤਾ ਜੀ ਨੂੰ ਉੱਚੇ ਸਥਾਨ ਤੇ ਬਿਠਾਇਆ। ਢਿਗ ਨੰਦ ਚੰਦ ਪੰਚ ਭਰਾਤਾ। ਭਾਈ ਨੰਦ ਚੰਦ ਜੀ ਕੋਲ ਹੈ ਤੇ ਪੰਜੇ ਭਰਾ ਭੂਆ ਦੇ ਪੁੱਤਰ ਸੰਗੋ ਸ਼ਾਹ ਹੋਣੀ ਵੀ ਹੈ। ਗੁਰ ਚਰਨ ਜਿਨਹੁ ਮਨ ਰਾਤਾ। ਜਿਨ੍ਹਾਂ ਦਾ ਮਨ ਗੁਰੂ ਚਰਨਾਂ ਕਮਲਾਂ ਵਿੱਚ ਰਾਤਾ ਹੋਇਆ, ਰੰਗਿਆ ਹੋਇਆ। ਕੋਨ ਥੇਰਾ ਮਸੰਦ ਸਮੁਦਾਏ। ਫਿਰ ਸਮੂਹ ਮਸੰਦ ਵੀ ਗੁਰੂ ਹਜ਼ੂਰੀ ਵਿੱਚ ਸਜੇ ਹੋਏ ਹੈ। ਸਭ ਗੁਰ ਦੇਸ਼ ਦ੍ਰਿਸ਼ਟ ਲਗਾਏ। ਸਾਰਿਆਂ ਦੀ ਦ੍ਰਿਸ਼ਟੀ ਸਤਿਗੁਰਾਂ ਦੇ ਤਰਫ ਲੱਗੀ ਹੋਈ ਹੈ। ਬਹੁ ਸੋਤ ਸਨੇਹ ਸੋ ਸਾਨੀ। ਪੁੱਤਰ ਦੇ ਸਨੇਹ ਦੇ ਨਾਲ ਮਿਲੀ ਹੋਈ। ਵੇਖ ਮਾਤਾ ਬਾਤ ਬਖਾਨੀ। ਮਾਤਾ ਜੀ ਵੇਖ ਕੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਕਹਿਣ ਲੱਗੇ, ਹੇ ਪੁੱਤਰ ਕਹੋ ਕਿਹ ਪਾਤੀ। ਹੇ ਪੁੱਤਰ ਕਲਗੀਧਰ ਪਾਤਸ਼ਾਹ ਕਹੋ, ਦੱਸੋ ਕਿਹੜੀ ਚਿੱਠੀ ਹੈ। ਇਸ ਨ੍ਰਿਪਤ ਪਠੀ ਕਿਸ ਭਾਂਤੀ। ਕਿਹੜੇ ਰਾਜੇ ਨੇ ਭੇਜੀ ਹੈ ਤੇ ਕਿਸ ਕਾਰਨ ਵਸ ਭੇਜੀ ਹੈ, ਕਿਸ ਤਰ੍ਹਾਂ ਦੀ ਭੇਜੀ ਹੈ। ਮੈਨੂੰ ਪਤਾ ਲੱਗਾ ਕੋਈ ਚਿੱਠੀ ਆਈ ਹੈ, ਕਿੱਥੋਂ ਆਈ ਹੈ, ਕਿਸ ਤਰ੍ਹਾਂ ਆਈ ਹੈ, ਕਿਹਨੇ ਭੇਜੀ ਹੈ। ਸੋ ਦੇਸ਼ ਹੈ ਦੇਸ਼ ਕੌਨੇ। ਜਿੱਧਰੋਂ ਆਈ ਹੈ ਉਹ ਦੇਸ਼ ਕਿਹੜਾ ਹੈ। ਕਹਿ ਪਠਿਓ ਕਹਾਂ ਇਤ ਤੌਨੇ। ਤੇ ਕੀ ਕਹਿ ਕੇ ਇਧਰ ਨੂੰ ਚਿੱਠੀ ਭੇਜੀ ਹੈ। ਸੁਨ ਮਾਤ ਬਾਗ ਕੋ ਬੋਲੇ। ਮਾਤਾ ਜੀ ਦੇ ਇਹ ਸਵਾਲ, ਇਹ ਵਾਕ ਸੁਣ ਕੇ, ਇਹ ਪ੍ਰਸ਼ਨ ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ, ਮੁਖ ਕਮਲ ਹੀਰਾ ਰਾਧ ਖੋਲੇ। ਜਿਸ ਮੁਖ ਵਿੱਚ ਹੀਰਿਆਂ ਵਰਗੇ ਸਤਿਗੁਰਾਂ ਦੇ ਰਤਨ ਹਨ, ਸਤਿਗੁਰਾਂ ਦੇ ਦੰਦ ਹਨ, ਐਸਾ ਹੀਰਿਆਂ ਨਾਲ ਭਰਿਆ ਸੁੰਦਰ ਮੁਖ ਸਤਿਗੁਰੂ ਜੀ ਖੋਲਣ ਲੱਗੇ ਹੈ। ਜੇਤ ਜਮਨਾ ਸ਼ਿਆਮਲ ਬਾਰੀ। ਸਤਿਗੁਰੂ ਜੀ ਕਹਿਣ ਲੱਗੇ, ਮਾਤਾ ਸ਼੍ਰੀ ਜੀ, ਜਿੱਧਰ ਜਮਨਾ ਨਦੀ ਦਾ ਉਜਵਲ ਜਲ ਵਹਿੰਦਾ ਹੈ, ਜਿੱਧਰ ਜਮਨਾ ਨਦੀ ਦੇ ਸ਼ਿਆਮਲੇ ਜਲ ਦਾ ਪ੍ਰਵਾਹ ਚੱਲਦਾ ਹੈ, ਏਤ ਗਿਰਪਤ ਪੁਰੀ ਉਦਾਰੀ। ਉਧਰ ਪਹਾੜੀ ਰਾਜੇ ਦੀ ਪੁਰੀ ਹੈ, ਨਗਰੀ ਹੈ, ਬੜੀ ਸ੍ਰੇਸ਼ਟ ਹੈ। ਕਹਿ ਨਾਹਨ ਤਾਂ ਮਹਿਪਾਲਾ। ਤੇ ਨਾਹਨਪੁਰੀ ਦਾ ਨਾਮ ਹੈ, ਦੇਸ਼ ਦਾ ਨਾਮ ਸਾਰਮੌਰ ਹੈ, ਤੇ ਜਿਹੜੀ ਰਾਜਧਾਨੀ ਉਹਦਾ ਨਾਮ ਨਾਹਨ ਹੈ, ਤੇ ਉਥੋਂ ਦਾ ਮਹਿਪਾਲਕ ਜਿਹੜਾ ਰਾਜਾ ਉਹ ਮੇਦਨੀ ਪ੍ਰਕਾਸ਼ ਹੈ। ਲਿਖ ਭੇਜੀ ਅਰਜ਼ ਵਿਸਾਲਾ। ਤੇ ਅਰਜ ਕੀਤੀ ਹੈ, ਬੇਨਤੀ ਲਿਖ ਕੇ ਭੇਜੀ ਉਸਨੇ। ਇਤ ਬੈਰ ਬਦਿਓ ਸੋਨ ਲੀਨੋ। ਕਿਉਂਕਿ ਰਾਜੇ ਨੇ ਮਾਤਾ ਜੀ ਇੱਧਰ ਭੀਮ ਚੰਦ ਨਾਲ ਗੁਰੂ ਘਰ ਦਾ ਵਧਿਆ ਹੋਇਆ ਵੈਰ ਸੁਣਿਆ। ਨਿਜ ਦੇਸ਼ ਆਵਾਹਨ ਕੀਨੋ। ਤੇ ਬੇਨਤੀ ਕਰਕੇ ਆਪਣੇ ਦੇਸ਼ ਨਾਹਣ ਦੇ ਵਿੱਚ ਆਮੰਤਰਿਤ ਕੀਤਾ ਹੈ, ਸਾਨੂੰ ਸੱਦਿਆ ਹੈ।
ਤਬ ਮਾਤੁਲ ਕਹਿਓ ਕਿਰਪਾਲੂ। ਜਦੋਂ ਸਤਿਗੁਰਾਂ ਨੇ ਇਹ ਬਚਨ ਕਹੇ, ਸਲਾਹ ਤੇ ਸਾਰਿਆਂ ਦੀ ਪਹਿਲਾਂ ਹੀ ਬਣੀ ਹੋਈ ਸੀ, ਸਤਿਗੁਰਾਂ ਨੂੰ ਪ੍ਰੇਰਿਤ ਕਰਨਾ ਹੈ ਨਾਨ ਭੇਜਣ ਵਾਸਤੇ। ਲਾਗੋ ਹੀ ਮਾਮਾ ਕਿਰਪਾਲ ਚੰਦ ਜੀ ਬੋਲ ਪਏ, ਕਹਿਣ ਲੱਗੇ, ਲਿਖ ਪਠਿਓ ਮਨੋਗ ਵਿਸਾਲੂ। ਬੜਾ ਮਨੋਗ ਲਿਖ ਕੇ, ਬੜਾ ਸੋਹਣਾ, ਬੜਾ ਸੁੰਦਰ ਲਿਖ ਕੇ ਭੇਜਿਆ। ਰਮਣੀਕ ਧੂਣ ਹੈ ਸਾਰੀ। ਸਾਰੀ ਨਾਹਣ ਦੀ ਧੂਣ ਬੜੀ ਰਮਣੀਕ ਹੈ, ਬਹੁਤ ਸੁੰਦਰ ਹੈ। ਇਹ ਭਖ ਹੈ ਜਿਨਹੁ ਨਿਹਾਰੀ। ਇਹ ਸਤਿਗੁਰੂ ਜੀ ਅਸੀਂ ਉਹਨਾਂ ਕੋਲੋਂ ਸੁਣਿਆ, ਜਿਹੜੇ ਉਧਰੋਂ ਆਉਂਦੇ ਆ ਨਾ ਨਾਹਣ ਵਿੱਚੋਂ, ਜਿਨ੍ਹਾਂ ਨੇ ਨਾਹਣ ਦੀ ਦੂਣ ਵੇਖੀ ਹੈ, ਉਹ ਆ ਕੇ ਦੱਸਦੇ ਬੜੀ ਸੋਹਣੀ ਦੂਣ ਹੈ, ਬੜਾ ਸੋਹਣਾ ਇਲਾਕਾ ਹੈ, ਬੜਾ ਰਮਣੀਕ ਇਲਾਕਾ ਹੈ। ਸ੍ਰੀ ਰਾਮ ਰਾਏ ਜਬ ਦੇਖੀ। ਕਿਉਂਕਿ ਜਦੋਂ ਬਾਬਾ ਰਾਮ ਰਾਏ ਜੀ ਨੇ ਇਹ ਦੂਣ ਵੇਖੀ, ਸੁਖਦਾਇਕ ਜਾਨ ਵਸ਼ੇਖੀ। ਇਹ ਵਿਸ਼ੇਸ਼ ਕਰਕੇ ਸੁਖਦਾਇਕ ਜਾਣਦਿਆਂ ਹੋਇਆਂ, ਸੋਹਣੀ ਤੇ ਸੁੰਦਰ ਸੁੱਖਾਂ ਨੂੰ ਦੇਣ ਵਾਲੀ ਜਾਣ ਕੇ, ਸੋ ਇਹ ਦੂਰ ਲਗ ਇਤ ਕੋ। ਤੇ ਉੱਥੇ ਉਹਨਾਂ ਨੇ ਪੜਾ ਲਾ ਲਿਆ। ਇਸੇ ਕਰਕੇ ਤੇ ਬਾਬਾ ਰਾਮ ਰਾਏ ਜੀ ਉਸ ਦੂਣ ਵਿੱਚ ਰਹਿੰਦੇ ਹਨਗੇ। ਡੇਰਾ ਦੂਣ, ਉਹ ਨਾਹਣ ਦੀ ਦੂਣ ਵਿੱਚ ਹੀ ਬਾਬਾ ਜੀ ਰਹਿੰਦੇ ਹਨਗੇ। ਸੋ ਇਹ ਦੂਰ ਲਾਗੇ ਤਾਂ ਕੋਈ ਤੋਂ ਬੜੀ ਦੂਰ ਹੈ ਉਹ ਸਥਾਨ ਸ੍ਰੀ ਅਨੰਦਪੁਰ ਸਾਹਿਬ ਨਗਰੀ ਤੋਂ। ਰਵ ਸੁਤਾ ਆਨੰਦਤ ਜੇਤ ਕੋ। ਜਿੱਧਰ ਰਬ ਦੀ ਸੂਰਜ ਦੀ ਪੁੱਤਰੀ ਜਮਨਾ ਦਾ ਜਲ ਜਿਹੜਾ ਬਹੁਤ ਆਨੰਦਦਾਇਕ ਵਹਿੰਦਾ ਹੈ, ਇਸ ਤੇ ਕੁਛ ਪਰੇ ਬਸੰਤਾ। ਤੇ ਉਸ ਤੋਂ ਕੁਝ ਪਰੇ ਉਰਲੇ ਪਾਸੇ ਨਾਹਣ ਹੈ, ਜਮਨਾ ਤੋਂ ਪਰਲੇ ਪਾਸੇ ਉਹ ਬਾਬਾ ਜੀ ਦਾ ਪੜਾਅ ਹੈ, ਬਾਬਾ ਰਾਮ ਰਾਏ ਜੀ ਦਾ। ਤੇ ਉੱਥੇ ਉਹ ਰਹਿੰਦੇ ਆ, ਡੇਰਾ ਦੂਣ ਕਰਕੇ ਉਹ ਸਥਾਨ ਪ੍ਰਸਿੱਧ ਹੈ। ਤਹ ਬਿਹਰਤ ਬਹੁ ਹਰਖੰਤਾ। ਤੇ ਉੱਥੇ ਬੜੀ ਖੁਸ਼ੀ ਨਾਲ ਵਿਚਰਦੇ ਹਨ ਬਾਬਾ ਜੀ। ਹੁਣ ਆਨੰਦ ਚੰਦ ਕਹਿ ਬਾਨੀ। ਲਾਗੋਂ ਹੀ ਬਾਬਾ ਮਾਮਾ ਕਿਰਪਾਲ ਚੰਦ ਜੀ ਦੇ ਬਚਨ ਜਿਸ ਵੇਲੇ ਮੁੱਕੇ ਐ, ਤੇ ਭਾਈ ਆਨੰਦ ਚੰਦ ਜੀ ਬੋਲ ਪਏ, ਗੁਰਾਂ ਦੇ ਪ੍ਰਮੁੱਖ ਜਿਹੜੇ ਵਜ਼ੀਰ ਐ। ਆਸ ਸੁੰਦਰ ਦੂਣ ਮਹਾਨੀ। ਐਸੀ ਸੋਹਣੀ ਤੇ ਬੜੀ ਸੁੰਦਰ ਦੂਣ ਹੈ, ਮਹਾਨ ਵੱਡੀ। ਜੇ ਰੋਚਾ ਹਜ਼ੂਰ ਮਨ ਭਾਵੈ। ਜੇ ਹਜੂਰ ਕਲਗੀਧਰ ਪਾਤਸ਼ਾਹ ਸਤਿਗੁਰਾਂ ਦੀ ਰੁਚੀ ਹੋਵੇ, ਜੇ ਸਤਿਗੁਰਾਂ ਦੇ ਮਨ ਨੂੰ ਭਾਵੇ ਤਾਂ ਤਬ ਪਿਖਨ ਸਬਨ ਬਨ ਆਵੈ। ਤਾਂ ਸਾਰਿਆਂ ਨੂੰ ਹੀ ਵੇਖਣੀ ਬਣ ਆਉਂਦੀ ਹੈ। ਜੇ ਸਤਿਗੁਰਾਂ ਦੇ ਮਨ ਨੂੰ ਭਾਵੇ ਤੇ ਸਾਰਿਆਂ ਦੇ ਮਨ ਵਿੱਚ ਉਤਸ਼ਾਹ ਹੈ ਕਿ ਨਾਹਣ ਦੀ ਧੂਣ ਜਾ ਕੇ ਵੇਖੀਏ। ਨਿਤ ਕਰਹ ਅਖੇਰ ਕਨੇਰੇ। ਹਜੂਰ ਉੱਥੇ ਜਾ ਕੇ ਤੇ ਅਨੇਕ ਤਰ੍ਹਾਂ ਦੇ ਨਿਤਾ ਪ੍ਰਤੀ ਸ਼ਿਕਾਰ ਖੇਲਣ, ਚਿਤ ਵਧ ਹੈ ਆਨੰਦ ਬਡੇਰੇ। ਤਾਂ ਕਿ ਚਿੱਤ ਵਿੱਚ ਵੱਡਾ ਆਨੰਦ ਵਧੇ, ਖੇੜਾ ਪ੍ਰਸੰਨਤਾ ਵਧੇ। ਇਤ ਭੀਮ ਚੰਦ ਕੁਰਿਆਰੀ। ਇੱਧਰ ਜਿਹੜਾ ਭੀਮ ਚੰਦ ਹੈ ਉਹ ਕੂੜਿਆਰ ਹੈ, ਝੂਠਾ ਹੈ। ਨਿਤ ਕ੍ਰੋਧ ਵਧਾਵਤ ਭਾਰੀ। ਨਿਤਾ ਪ੍ਰਤੀ ਕ੍ਰੋਧ ਨੂੰ ਵਧਾ ਰਿਹਾ ਹੈ। ਡਰ ਗਿਓ ਤਰਾਸ ਕੋ ਧਾਰੇ। ਹੁਣ ਸਤਿਗੁਰਾਂ ਦੇ ਪੌਰਸ਼ ਦਾ, ਗੁਰਾਂ ਦੇ ਬਲ ਦਾ, ਗੁਰਾਂ ਦੇ ਤੇਜ ਪ੍ਰਤਾਪ ਦਾ ਤਰਾਸ ਡਰ ਧਾਰਨ ਕਰਕੇ ਤੇ ਹੁਣ ਟਲ ਗਿਆ ਜੰਗ ਵੱਲੋਂ। ਨਾਤ ਦੇਖਤ ਜੰਗ ਮਝਾਰੇ। ਜੇ ਨਾ ਟਲਦਾ ਚੜਾਈ ਕਰਕੇ ਆਉਂਦਾ ਤੇ ਉਹਨੂੰ ਜੰਗ ਵਿੱਚ, ਰਣ ਭੂਮੀ ਵਿੱਚ ਵੇਖ ਲੈਣਾ ਸੀ। ਇਮ ਘਾਲ ਘਨੋ ਕਮਸਾਨਾ। ਐਸਾ ਘਮਾਸਾਨ ਦਾ ਜੰਗ ਕਰਨਾ ਸੀ ਭੀਮ ਚੰਦ ਨਾਲ। ਜਿਸ ਹੇਰਤ ਹੋਤ ਹਿਰਾਨਾ। ਜਿਹਨੂੰ ਵੇਖ ਕੇ ਭੀਮ ਚੰਦ ਤਥਾ ਸਮੂਹ ਦੇਸ਼ ਵਾਸੀ ਹੈਰਾਨ ਰਹਿ ਜਾਂਦੇ। ਮੁਖ ਪੰਕਜ ਕਾਰਸ ਲਾਗਤ। ਹੁਣ ਭੀਮ ਚੰਦ ਦੇ ਮੂੰਹ ਤੇ ਚਿੱਕੜ ਮਲਿਆ ਗਿਆ, ਕਾਲਖ ਲੱਗ ਗਈ ਹੈ। ਜਲ ਧੋਏ ਨਿਤ ਬਹੁ ਦਾਗਤ। ਹੁਣ ਭਾਵੇਂ ਮੁੰਡੇ ਦੇ ਵਿਆਹ ਦੇ ਵਿੱਚ ਮਸ਼ਰੂਫ ਹੋਣ ਰੂਪੀ ਆਪਣੇ ਮੁੰਡੇ ਦੇ ਵਿਆਹ ਦੇ ਬਹਾਨੇ ਲਾ ਕੇ ਤੇ ਭਾਵੇਂ ਅਨੇਕਾਂ ਵਾਰੀ ਮੂੰਹ ਧੋਈ ਜਾਵੇ, ਕਾਲਖ ਦੇ ਦਾਗ ਤਾਂ ਚਮਕਦੇ ਰਹਿਣੇ, ਇਹ ਨਹੀਂ ਲੱਥਣੀ। ਹੁਣ ਕਾਇਰ ਬਣ ਕੇ ਜੰਗ ਵੱਲੋਂ ਟਲ ਗਿਆ ਹੈ।
ਜੰਗ ਦਾ ਆਪ ਹੀ ਉਸਨੇ ਐਲਾਨ ਕੀਤਾ, ਜੰਗ ਦਾ ਆਪ ਹੀ ਉਸਨੇ ਡੰਕਾ ਵਜਾਇਆ ਤੇ ਹੁਣ ਜੰਗ ਵੱਲੋਂ ਕਾਇਰ ਬਣ ਕੇ ਟਲ ਗਿਆ ਹੈ। ਕਾਲਖ ਤੇ ਭੀਮ ਚੰਦ ਦੇ ਮੂੰਹ ਤੇ ਲੱਗ ਗਈ ਹੈ ਤੇ ਹੁਣ ਭਾਵੇਂ ਮੁੰਡੇ ਦੇ ਵਿਆਹ ਦੇ ਵਿੱਚ ਮਸ਼ਰੂਫ ਹੋਣ ਰੂਪੀ ਅਨੇਕਾਂ ਬਹਾਨੇ ਲਾਈ ਜਾਵੇ, ਹੁਣ ਤਾਂ ਨਹੀਂ ਇਹ ਕਾਲਖ ਲਗਥਣੀ, ਕਾਇਰਤਾ ਪੁਣੇ ਵਾਲੀ ਉਹਦੇ ਮੂੰਹ ਤੋਂ। ਪ੍ਰਭ ਤੁਮਰੋ ਜਸ ਵਿਦਤਾਇਓ। ਸੋ ਕਲਗੀਆਂ ਵਾਲੇ ਪਾਤਸ਼ਾਹ ਆਪ ਜੀ ਦਾ ਜਸ ਤੇ ਬਹੁਤ ਵਿਦਤ ਹੋਇਆ, ਬਹੁਤ ਪ੍ਰਗਟ ਹੋਇਆ। ਬਿਨ ਲਰੇ ਵਿਜੈ ਪਦ ਪਾਇਓ। ਬਿਨਾਂ ਜੰਗ ਕੀਤੇ ਤੋਂ ਆਪ ਜੀ ਨੂੰ ਵਿਜੈ ਸ਼੍ਰੀ ਹਾਸਲ ਹੋ ਗਈ ਹੈ, ਬਿਨਾਂ ਜੰਗ ਤੋਂ ਤੁਹਾਡੀ ਜਿੱਤ ਹੋ ਗਈ ਹੈ। ਸੁਨ ਸੰਗੋ ਵਾਕ ਬਖਾਨਾ। ਇਹ ਸੁਣ ਕੇ ਲਾਗੋਂ ਹੀ ਭਾਈ ਸੰਗੋ ਸ਼ਾਹ ਜੀ ਬੋਲ ਪਏ, ਨਿਤ ਗੁਰਨ ਪ੍ਰਤਾਪ ਮਹਾਨਾ। ਕਿ ਸਤਿਗੁਰਾਂ ਦਾ ਤੇ ਨਿਤਾ ਪ੍ਰਤੀ ਹੀ ਪ੍ਰਤਾਪ ਮਹਾਨ ਹੈ, ਵੱਡਾ ਹੈ ਤੇ ਵੱਡਾ ਹੀ ਰਹੇਗਾ। ਇਹ ਬਪੁਰੇ ਕਹਾਂ ਪਹਾੜੀ। ਇਹ ਵਿਚਾਰੇ ਪਹਾੜੀ ਕੌਣ ਹੈ? ਦੁਰਕੇਸ਼ ਚਮੂ ਲਰਹਾਰੀ। ਸਤਿਗੁਰਾਂ ਦੇ ਨਾਲ ਤੇ ਤਰਕੇਸ਼ਵਰ ਮੁਗਲਾਂ ਦੀ ਫੌਜ ਲੜ ਕੇ ਹਾਰ ਗਈ। ਨਾਮਵਰ ਸੂਰਮੇ ਅਖਵਾਉਣ ਵਾਲੇ ਮੁਗਲ ਗੁਰਾਂ ਦੇ ਅੱਗੋਂ ਠਹਿਰ ਨਹੀਂ ਪਾਏ। ਪਹਾੜੀਆਂ ਦੀ ਗੱਲ ਹੀ ਕੀ ਹੈ? ਗੁਰ ਖਸ਼ਟਮ ਕੋ ਰਨ ਚਾਰੇ। ਇਹ ਖਸ਼ਟਮ ਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ 4 ਜੰਗਾਂ ਕੀਤੀਆਂ ਮੁਗਲਾਂ ਨਾਲ। ਹੈ ਬਿਦਤ ਅਜਹਾਂ ਜਗ ਸਾਰੇ। ਉਹ ਹੁਣ ਤੱਕ ਸਾਰੇ ਜਗਤ ਵਿੱਚ ਵਿਦਤ ਪ੍ਰਗਟ ਹੈ, ਕੋਈ ਲੁਕੀ ਛਿਪੀ ਗੱਲ ਨਹੀਂ ਹੈ। ਜੋ ਹੋਏ ਹਜ਼ੂਰ ਸੰਗ ਖੋਟਾ। ਜਿਹੜਾ ਹਜੂਰ ਗੁਰੂ ਸਾਹਿਬਾਂ ਦੇ ਨਾਲ ਖਟਿਆਈ ਕਰੇਗਾ, ਗੁਰੂ ਸਾਹਿਬਾਂ ਦੇ ਨਾਲ ਛਲ ਕਰੇਗਾ, ਨਿਤ ਪਰ ਹੈ ਤਿਨਹੁ ਵੱਡ ਟੋਟਾ। ਉਹਨਾਂ ਨੂੰ ਤੇ ਹਮੇਸ਼ਾ ਟੋਟਾ ਘਾਟਾ ਹੀ ਪਵੇਗਾ ਨਾ, ਉਹ ਤੇ ਹਮੇਸ਼ਾ ਘਾਟੇ 'ਚ ਹੀ ਜਾਣਗੇ। ਰਨ ਤਿਆਗਿਓ ਛਤਰ ਕੁਚਾਲੇ। ਰਣ ਤਿਆਗਿਓ, ਇਹ ਸ਼ਤਰੂ ਖੋਟੀ ਚਾਲ ਚੱਲਣ ਵਾਲਿਆਂ ਨੇ ਰਣ ਤਿਆਗਿਓ, ਜੰਗ ਤਿਆਗ ਦਿੱਤਾ। ਹੁਣ ਉਨ ਕਹਾ ਉਡੀਕਨ ਹਾਲੇ। ਜਦ ਟਾਲੀ ਗਏ ਕਾਇਰ ਬਣ ਕੇ ਜੰਗ ਵੱਲੋਂ ਭੀਮ ਚੰਦ ਹੁਣੀ, ਤੇ ਉਡੀਕ ਵੀ ਉਹਨਾਂ ਦੀ ਹਲੇ ਤੱਕ ਕੀ ਕਰੀ ਜਾਣੀ ਹੈ। ਸਤਿਗੁਰੂ ਜੀ ਕਿੰਨੇ ਦਿਨ ਗੁਜ਼ਰ ਗਏ, ਜੰਗ ਦਾ ਐਲਾਨ ਕਰਕੇ ਚਲੇ ਗਏ ਉਹਦੇ ਵਜ਼ੀਰ ਤਥਾ ਭੀਮ ਚੰਦ ਨੇ ਸਵੈਮ ਕੀਤਾ, ਪਰ ਕੀ ਇੰਨੇ ਦਿਨ ਉਡੀਕਦਿਆਂ ਹੋ ਗਏ, ਆਏ ਤੇ ਹੈ ਨਹੀਂ। ਜਦੋਂ ਆਪ ਜੰਗ ਵੱਲੋਂ ਟਲ ਗਏ, ਕੀ ਉਡੀਕ ਕਰਨੀ ਉਹਨਾਂ ਕਾਇਰਾਂ ਦੀ, ਉਹਨਾਂ ਡਰਪੋਕਾਂ ਦੀ। ਅਬ ਸੈਲਨ ਸੈਲ ਕਰੀਜੈ। ਜੇ ਹੁਣ ਨਾਹਣਪਤੀ ਵੱਲੋਂ ਨਿਮੰਤਰਣ ਸੱਦਾ ਆਇਆ ਤੇ ਆਪ ਜੀ ਚਲੋ ਚੱਲੀਏ, ਪਹਾੜਾਂ ਵਿੱਚ ਸੈਰ ਕਰੀਏ। ਸਭ ਸੁੰਦਰ ਦੂਣ ਪਖੀਜੈ। ਸਾਰੀ ਦੂਣ ਦਾ ਇਲਾਕਾ ਬੜਾ ਸੁੰਦਰ ਸੁਣੀਦਾ ਹੈ ਨਾਹਣ ਦਾ, ਚੱਲ ਕੇ ਵੇਖੀਏ। ਚਿਤ ਰੁਚੈ ਹੈ ਤਹਾਂ ਤਬ ਰਹੀਏ। ਜੇ ਆਪ ਜੀ ਦੇ ਚਿੱਤ ਨੂੰ ਇਲਾਕਾ ਰੁਚੇ ਭਾਵੇ ਤੇ ਕੁਝ ਕਾਲ ਠਹਿਰ ਜਾਇਓ, ਕੁਝ ਕਾਲ ਉੱਥੇ ਰਿਓ। ਨਾਤ ਆਏ ਆਪਨ ਪੁਰ ਲਹੀਏ। ਜੇ ਆਪ ਜੀ ਦੇ ਮਨ ਨੂੰ ਇਲਾਕਾ ਨਾ ਭਾਵੇ, ਨਾ ਚੰਗਾ ਲੱਗੇ, ਤੇ ਫਿਰ ਇੱਥੇ ਆ ਜਾਇਓ ਅਨੰਦਪੁਰ ਸਾਹਿਬ ਨਗਰੀ, ਆਪਣੀ ਨਗਰੀ। ਸੁਨ ਸਤਿਗੁਰ ਸਭ ਮਹਿ ਭਾਖਾ। ਸਾਰਿਆਂ ਦੀ ਇੱਕੋ ਹੀ ਸਲਾਹ, ਸਾਰੇ ਇੱਕੋ ਹੀ ਬੋਲ ਰਹੇ ਆ। ਕਲਗੀਧਰ ਪਾਤਸ਼ਾਹ ਸੁਣ ਕੇ ਤੇ ਅੱਗੋਂ ਕਹਿਣ ਲੱਗੇ, ਹਮ ਧਰ ਹੈ ਜੰਗ ਅਬਿਲਾਖਾ। ਅਸੀਂ ਜੰਗ ਦੀ ਅਭਿਲਾਖਾ ਰੱਖਦੇ ਹਾਂ, ਅਸੀਂ ਜੰਗ ਦੇ ਇੱਛੁਕ ਹਾਂ। ਨਿਰੇਪ ਭੀਮ ਚੰਦ ਜਿਮ ਚਾਹੈ। ਜਿਵੇਂ ਭੀਮ ਚੰਦ ਚਾਹੁੰਦਾ ਜੰਗ ਕਰਨਾ। ਪ੍ਰਭ ਆਇਸ ਤੇ ਤਿਮ ਪਾਹੈ। ਪ੍ਰਭੂ ਦੀ ਆਗਿਆ ਦੇ ਨਾਲ ਉਸੇ ਤਰ੍ਹਾਂ ਪਾ ਲਵੇਗਾ। ਅਸੀਂ ਜੰਗ ਕਰਨ ਨੂੰ ਤਿਆਰ ਹਾਂ ਤੇ ਆਗਿਆ ਨਾਲ, ਪਰਮੇਸ਼ਰ ਦੀ ਆਗਿਆ ਵਿੱਚ ਹਾਂ। ਅਸੀਂ ਦਿਖ ਰਾਵਹਿ ਕਰ ਵੱਡ ਜੁਦਾ। ਇਹ ਵੱਡਾ ਜੰਗ ਕਰਕੇ ਵਿਖਾਵਾਂਗੇ ਉਸ ਨੂੰ। ਤਬ ਲੋ ਹੋਏ ਸ਼ਾਂਤ ਨਾ ਕ੍ਰੋਧਾ। ਤਦੋਂ ਤੱਕ ਸਾਡਾ ਕ੍ਰੋਧ ਸ਼ਾਂਤ ਨਹੀਂ ਹੁੰਦਾ ਵੀਰ ਰਸ, ਜਿੰਨਾ ਚਿਰ ਭੀਮ ਚੰਦ ਨੂੰ ਰਣ ਭੂਮੀ ਵਿੱਚ ਨਿਸਲ ਨਹੀਂ ਕਰ ਦਿੰਦੇ, ਉਹਨਾਂ ਚਿਰ ਸਾਡਾ ਵੀਰ ਰਸ ਸ਼ਾਂਤ ਨਹੀਂ ਹੁੰਦਾ। ਮਤ ਮੰਦ ਹਮੋ ਕਿਆ ਜਾਣੈ। ਇਹ ਮੰਦੀ ਬੁੱਧੀ ਵਾਲੇ ਸਾਨੂੰ ਸਮਝਦੇ ਕੀ ਹੈ।
ਰਾਨ ਕਰ ਜੇ ਚਮੂ ਨਾ ਹਾਨੈ ਇਹ ਜੰਗ ਕਰਕੇ ਇਹਨਾਂ ਨੂੰ ਫੌਜ ਸੰਯੁਗਤ ਨਿਆਸ ਨਹੀਂ ਕੀਤਾ, ਇਹਨਾਂ ਦਾ ਮਲੀਆ ਮੇਟ ਨਹੀਂ ਕੀਤਾ, ਇਹਨੂੰ ਸਾਨੂੰ ਜਾਣਨਗੇ ਕੀ ਇਹ। ਸੁਨ ਮਾਤ ਬਹੁਰ ਸਮਝਾਵੈ ਸਤਿਗੁਰਾਂ ਦੇ ਜਿਸ ਵੇਲੇ ਬਚਨ ਸੁਣੇ ਬਾਕੀ ਤੇ ਸਾਰੇ ਚੁੱਪ ਹੋ ਗਏ। ਇਹ ਮਾਤਾ ਜੀ ਬੋਲੇ, ਮਾਤਾ ਜੀ ਕਹਿਣ ਲੱਗੇ ਸਮਝਾਉਂਦਿਆਂ ਹੋਇਆਂ, ਗੁਰ ਘਰ ਕੋ ਰਿਪ ਦੁਖ ਪਾਵੈ ਵੇਖੋ ਪੁੱਤਰ, ਗੁਰੂ ਘਰ ਦੇ ਨਾਲ ਜਿਸਨੇ ਵੀ ਸ਼ਤਰਤਾ ਕਮਾਈ ਹੈ ਉਹ ਦੁਖੀ ਹੀ ਹੋਇਆ ਹੈ ਤੇ ਉਹਨੇ ਦੁਖੀ ਹੋਣਾ ਹੈ। ਮਨ ਮਾਹੇ ਨਾ ਮਹਿਮਾ ਜਾਣੀ ਇਹ ਦੁਸ਼ਟ ਭੀਮ ਚੰਦ ਨੇ ਗੁਰੂ ਘਰ ਦੀ ਮਹਿਮਾ ਜਾਣੀ ਨਹੀਂ, ਸਮਝੀ ਨਹੀਂ। ਸਾਠ ਭਾਗਹੀਨ ਮਤ ਹਾਨੀ ਇਹ ਮੂਰਖ ਹੈ, ਭਾਗਾਂ ਤੋਂ ਹੀਣਾ ਹੈ, ਮੰਦੀ ਬੁੱਧੀ ਵਾਲਾ ਹੈ, ਮੂਰਖ ਹੈ, ਭੀਮ ਚੰਦ ਮੂੜ ਹੈ। ਸਿਰ ਧੁਨ ਪਾਸ਼ੇ ਪਛਤਾਵੈ ਇਹ ਮਗਰੋਂ ਸਿਰ ਧੁਣੇਗਾ, ਸਿਰ ਫੇਰੇਗਾ ਤੇ ਪਛਤਾਪ ਕਰੇਗਾ। ਸੁਖ ਪਾਏ ਜੇ ਸ਼ਰਣੀ ਆਵੈ ਜੇ ਸ਼ਰਨ ਵਿੱਚ ਆਵੇਗਾ ਤਾਂ ਹੀ ਸੁਖ ਪਾਵੇਗਾ, ਜੇ ਵਿਰੋਧਤਾ ਰੱਖੇਗਾ ਤੇ ਇਹਨੂੰ ਪਛਤਾਤਾਪ ਹੀ ਕਰਨਾ ਪਵੇਗਾ, ਪਛਤਾਵੇਗਾ। ਅੱਜ ਤੱਕ ਜਿੰਨੇ ਵੀ ਗੁਰੂ ਘਰ ਦੇ ਨਾਲ ਵੈਰ ਕਮਾਇਆ ਹੈ, ਜਿਸਨੇ ਵੀ ਗੁਰੂ ਘਰ ਦੇ ਨਾਲ ਸ਼ਤਰਤਾ ਕਮਾਈ, ਕੋਈ ਸੁਖ ਦਾ ਸਾਹ ਲੈ ਪਾਇਆ ਇਹ ਵੀ ਨਹੀਂ ਲੈ ਪਾਵੇਗਾ। ਜੇ ਰਣ ਤੇ ਟਰਿਓ ਪਹਾੜੀ ਇਹ ਪੁੱਤਰ, ਜੇ ਇਹ ਪਹਾੜੀਏ ਰਣ ਤੋਂ ਟਲ ਗਏ ਐ, ਜੇ ਨਹੀਂ ਜੰਗ ਕਰਨਾ ਚਾਹੁੰਦੇ, ਜੰਗ ਵੱਲੋਂ ਇਹ ਡਰ ਗਏ ਐ ਜੇ। ਕੌਣ ਤੁਮ ਕਿਉ ਚਾਹਤ ਰਾਰੀ ਫਿਰ ਤੁਸੀਂ ਕਿਉਂ ਰਾਰ ਕਰਨਾ ਚਾਹੁੰਦੇ ਹੋ, ਤੁਸੀਂ ਕਿਉਂ ਜੰਗ ਕਰਨਾ ਚਾਹੁੰਦੇ ਹੋ। ਸ਼ਰਧਾਲ ਜੇ ਨਾਹਨ ਰਾਜਾ ਜਿਹੜਾ ਨਾਹਣ ਦਾ ਰਾਜਾ ਹੈ ਉਹ ਤੁਹਾਡਾ ਸ਼ਰਧਾਲੂ ਹੈ, ਤੁਹਾਡਾ ਸੇਵਕ ਹੈ। ਅਰ ਸੁੰਦਰ ਦੇਸ਼ ਬਿਰਾਜਾ ਤੇ ਸੋਹਣੇ ਦੇਸ਼ 'ਚ ਰਹਿੰਦਾ ਹੋ। ਤੁਸੀਂ ਆਪ ਹੀ ਦੱਸ ਰਹੇ ਹੋ ਨਾਹਣ ਦਾ ਇਲਾਕਾ ਬੜਾ ਰਮਣੀਕ ਸੁਣੀਂਦਾ ਹੈ। ਉਤ ਪਰਖਹੁ ਪਹੁੰਚ ਨਿਹਾਰਹੁ ਤੇ ਉਧਰ ਜਾ ਕੇ ਉਸ ਇਲਾਕੇ ਨੂੰ ਵੇਖੋ, ਉਸ ਇਲਾਕੇ ਦੇ ਵਿੱਚ ਵਿਚਰੋ, ਉਸ ਨੂੰ ਵੇਖੋ ਤਥਾ ਰਾਜੇ ਨੂੰ ਪਰਖੋ। ਬਨ ਬਿਹਰਹੁ ਬਾਸੁਰ ਟਾਰਹੁ ਇਹ ਜੰਗਲ ਦੇ ਵਿੱਚ ਵਿਚਰਦਿਆਂ ਹੋਇਆਂ ਕੁਝ ਦਿਨ ਉੱਥੇ ਗੁਜ਼ਾਰਾਓ ਪੁਨ ਐਹੋ ਪੁਰੀ ਆਨੰਦਾ ਤੇ ਫਿਰ ਤੁਸੀਂ ਆਨੰਦਪੁਰ ਸਾਹਿਬ ਨਗਰੀ ਆ ਜਾਣਾ। ਨਿਤ ਰਹੀਏ ਹਿਰਦੇ ਆਨੰਦਾ ਤੇ ਹਿਰਦੇ ਵਿੱਚ ਨਿਤਾ ਪ੍ਰਤੀ ਆਨੰਦਿਤ ਰਹਿਓ, ਖੁਸ਼ ਪ੍ਰਸੰਨ ਰਹਿਓ। ਰਣ ਕਾਰਨ ਕ੍ਰੋਧ ਨਿਵਾਰਹੁ ਇਹ ਜੰਗ ਕਰਨ ਵਾਸਤੇ ਜਿਹੜਾ ਵੀਰ ਰਸ ਧਾਰਨ ਕੀਤਾ ਹੋਇਆ ਨਾ ਪੁੱਤਰ, ਇਹਨੂੰ ਤਿਆਗ ਦਿਓ, ਹਾਲੇ ਸ਼ਾਂਤ ਕਰ ਲਓ। ਔਰ ਨਾਹਣ ਪੰਥ ਪਧਾਰਹੁ ਤੇ ਨਾਹਣ ਦੇ ਪੰਥ ਰਸਤੇ ਤੇ ਪਧਾਰੋ ਜਾਓ, ਹੁਣ ਨਾਹਣ ਨੂੰ ਜਾਣਾ ਕਰੋ। ਰਿਪ ਭਾਗਿਓ ਗੈਲ ਨਾ ਗਹੀਏ ਜਿਹੜਾ ਸ਼ਤਰੂ ਰਣ ਭੂਮੀ ਵਿੱਚ ਪਿੱਠ ਦਿਖਾ ਕੇ ਨੱਠ ਜਾਵੇ ਤੇ ਉਹਦੇ ਗੈਲ ਉਹਦੇ ਮਗਰ ਕੀ ਜਾਣਾ ਹੈ। ਰਣ ਕਰਨ ਨਾ ਹਿਤ ਸੋ ਚਾਹੀਏ ਉਹਦੇ ਨਾਲ ਹਿਤ ਪੂਰਵਕ ਜੰਗ ਨਹੀਂ ਕਰਨਾ ਚਾਹੀਦਾ। ਕਾਇਰਾਂ ਨਾਲ ਸੂਰਮੇ ਜੰਗ ਨਹੀਂ ਕਰਦੇ। ਇਹ ਧਰੈ ਹੈ ਬਹੁਰ ਹੰਕਾਰਾ ਆਦੇ ਫਿਰ ਹੰਕਾਰ ਧਾਰਨ ਕਰੇਗਾ ਭੀਮ ਚੰਦ। ਕੁਛ ਲਾਗੈ ਕਰਨ ਬਿਗਾਰਾ ਇਹ ਕਿਸੇ ਤਰ੍ਹਾਂ ਦਾ ਕੋਈ ਵਿਗਾੜ ਕਰਨ ਲੱਗੇਗਾ। ਪੁਨ ਕਰਹੁ ਜਥਾ ਚਿਤ ਮਾਹੀ ਫਿਰ ਜਿਵੇਂ ਤੁਹਾਡੇ ਚਿੱਤ ਵਿੱਚ ਹੋਵੇਗਾ ਉਵੇਂ ਕਰ ਲਿਓ ਤੁਸੀਂ। ਤੁਮ ਹਿਰਦੈ ਛਪੀ ਕੁਛ ਨਾਹੀ ਤੁਹਾਡੇ ਹਿਰਦੇ 'ਚ ਕੋਈ ਗੱਲ ਲੁਕੀ ਛੁਪੀ ਤੇ ਹੈ ਨਹੀਂ ਹੈ, ਤੁਹਾਨੂੰ ਸਭ ਕੁਝ ਪ੍ਰਗਟ ਹੀ ਹੈ, ਵਿਦਤੀ ਹੈ। ਅਬ ਕਹਿਓ ਮਾਨੀਐ ਹੈ ਮੇਰਾ ਪੁੱਤਰ ਹੁਣ ਮੇਰਾ ਕਿਹਾ ਮੰਨ ਲਓ। ਮੈਂ ਪ੍ਰੇਮ ਨਾਲ ਵੇਖੋ ਕਹਿ ਰਹੀ ਹਾਂ, ਮੇਰਾ ਕਿਹਾ ਮੰਨ ਲਓ। ਨਹਿ ਕੀਜੈ ਆਪ ਬਖੇਰਾ ਤੇ ਹੁਣ ਤੁਸੀਂ ਬਖੀਰਾ ਝਗੜਾ ਨਾ ਵਧਾਓ। ਜੇ ਭੀਮ ਚੰਦ ਟਲ ਗਿਆ ਤੇ ਤੁਹਾਨੂੰ ਵੀ ਵੀਰ ਰਸ ਸ਼ਾਂਤ ਕਰ ਲੈਣਾ ਚਾਹੀਦਾ ਹੈ। ਜੇ ਪ੍ਰਥਮ ਭਏ ਅਵਤਾਰਾ ਵੇਖੋ ਪੁੱਤਰ, ਜਿਹੜੇ ਪਹਿਲਾਂ ਵੀ ਅਵਤਾਰੀ ਪੁਰਖ ਹੋਏ, ਤਿਨਹੁ ਨਾ ਮਾਤ ਬਾਚਟਾਰਾ ਭਾਵੇਂ ਅਵਤਾਰੀ ਪੁਰਖ ਹੀ ਸਨ, ਪਰ ਮਾਤਾ ਦੇ ਬਚਨ ਤੇ ਉਹਨਾਂ ਵੀ ਨਹੀਂ ਟਾਲੇ। ਮਾਤਾ ਦੇ ਬਚਨ ਤੇ ਉਹ ਵੀ ਮੰਨਦੇ ਰਹੇ।
ਸ਼੍ਰੀ ਰਾਮਚੰਦਰ ਭਗਵਾਨਾ। ਭਗਵਾਨ ਸ੍ਰੀ ਰਾਮਚੰਦਰ ਜੀ ਜਿਸ ਵੇਲੇ ਉਹਨਾਂ ਨੂੰ ਮਾਤਾ ਕੇਕਈ ਨੇ ਕਿਹਾ ਕਿ ਅਯੁੱਧਿਆ ਛੱਡ ਕੇ ਚਲੇ ਜਾਓ, ਤੇ ਮਾਤਾ ਦਾ ਬਚਨ ਜਾਨ ਉਹ ਵੀ ਨਹੀਂ ਰੁਕੇ, 7 ਬਚਨ ਕਹਿ ਕੇ ਉਹ ਵੀ ਚੱਲ ਪਏ। ਜਾਗ ਬਿਦਤ ਕ੍ਰਿਸ਼ਨ ਜਿਮ ਠਾਨਾ। ਤੇ ਜਗਤ ਵਿਖਿਆਤ ਭਗਵਾਨ ਕ੍ਰਿਸ਼ਨ ਜੀ ਦਾ ਪ੍ਰਸੰਗ ਵੀ ਕਿ ਜਿਸ ਵੇਲੇ ਕੰਸ ਦਾ ਵਧ ਕੀਤਾ, ਮਾਤਾ ਦੇਵਕੀ ਪਿਤਾ ਵਾਸੂਦੇਵ ਨੂੰ ਜਿਸ ਵੇਲੇ ਬੰਦੀਖਾਨੇ ਵਿੱਚੋਂ ਰਿਹਾ ਕਰਵਾਇਆ, ਤੇ ਕੰਸ ਦੀਆਂ ਜੋ ਸੁਪਤਨੀਆਂ ਜਰਾਸੰਧ ਦੀਆਂ ਪੁੱਤਰੀਆਂ ਸਨ, ਉਹਨਾਂ ਜਰਾਸੰਧ ਕੋਲ ਜਾ ਕੇ ਸ਼ਿਕਾਇਤ ਕੀਤੀ ਕਿ ਸਾਡਾ ਪਤੀ ਜਿਹੜਾ ਉਹ ਭਗਵਾਨ ਕ੍ਰਿਸ਼ਨ ਨੇ ਨਾਸ ਕਰ ਦਿੱਤਾ ਹੈ। ਉਸ ਵੇਲੇ ਫਿਰ ਜਰਾਸੰਧ ਜਿਹੜਾ ਸੀ ਕ੍ਰਿਸ਼ਨ ਦਾ ਵਧ ਕਰਨ ਵਾਸਤੇ, ਜਰਾਸੰਧ ਜਿਹੜਾ ਸੀ ਮਗਧ ਦੇਸ਼ ਤੋਂ ਚੜ੍ਹਾਈ ਕਰਨ ਵਾਸਤੇ ਤਿਆਰ ਹੋਇਆ। ਪਤਾ ਲੱਗਾ ਮਾਤਾ ਦੇਵਕੀ ਪਿਤਾ ਵਾਸੂਦੇਵ ਨੂੰ, ਉਹਨਾਂ ਵਿਚਾਰਿਆ ਜੰਗ ਟਾਲ ਦਿੱਤਾ ਜਾਵੇ ਕੁਝ ਕਾਲ ਵਾਸਤੇ। ਤਾਂ ਉਸ ਵੇਲੇ ਕ੍ਰਿਸ਼ਨ ਅੱਗੋਂ ਕਿਹਾ ਮਾਤਾ ਦੇਵਕੀ ਨੇ ਕਿ ਤੁਸੀਂ ਹੁਣ ਸੰਦੀਪਨੀ ਉਜੈਨ ਵਿੱਚ ਰਿਸ਼ੀ ਸੰਦੀਪਨੀ ਹਨ, ਉਹਨਾਂ ਕੋਲ ਚਲੇ ਜਾਓ ਤੇ ਵਿਦਿਆ ਅਧਿਐਨ ਕਰੋ। ਤੇ ਭਗਵਾਨ ਕ੍ਰਿਸ਼ਨ ਜੀ ਮਾਤਾ ਜੀ ਦਾ ਬਚਨ ਮੰਨ ਕੇ ਮਥੁਰਾ ਤੋਂ ਉਜੈਨ ਰਿਸ਼ੀ ਸੰਦੀਪਨੀ ਦੇ ਕੋਲ ਚਲੇ ਗਏ। ਮਾਤਾ ਦਾ ਬਚਨ ਉਹਨਾਂ ਨੇ ਵੀ ਨਹੀਂ ਟਾਲਿਆ, ਨਾਲ ਹੀ ਉਹਨਾਂ ਦੇ ਫਿਰ ਬਲਰਾਮ ਜੀ ਵੀ ਚਲੇ ਗਏ। ਇਸ ਤਰ੍ਹਾਂ ਮਾਤਾ ਦੇ ਬਚਨ ਤੇ ਪ੍ਰਥਮ ਲਈ ਅਵਤਾਰੀ ਪੁਰਖਾਂ ਨੇ ਵੀ ਟਾਲੇ ਨਹੀਂ, ਸਦਾ ਹੀ ਮੰਨਿਆ। ਸੋ ਪੁੱਤਰ ਤੁਸੀਂ ਵੀ ਮੇਰਾ ਬਚਨ ਮੰਨੋ। ਤੇਮ ਆਬ ਕੇ ਮਾਮ ਬਾਚ ਮਾਨੋ। ਇਸ ਵਾਸਤੇ ਆਬ ਇਸ ਵਾਰੀ ਮੇਰੀ ਗੱਲ ਮੰਨ ਲਓ। ਕਰ ਕੋਪ ਸ਼ਾਂਤ ਪ੍ਰਸਥਾਨੋ। ਕ੍ਰੋਧ ਨੂੰ ਸ਼ਾਂਤ ਕਰਕੇ ਤੇ ਤੁਸੀਂ ਨਾਹਨ ਨੂੰ ਚਲੇ ਜਾਓ। ਸੋ ਦੇਸ਼ ਕਿਰਤਾਰਥ ਕੀਜੈ। ਨਾਹਨ ਦੇਸ਼ ਨੂੰ ਜਾ ਕੇ ਕਿਰਤਾਰਥ ਕਰੋ। ਸਿੱਖ ਆਪਣੇ ਤਿਸ ਦੇਸ਼ ਥੀਜੈ। ਉਸ ਦੇਸ਼ ਵਿੱਚ ਵੀ ਤੁਹਾਡੇ ਆਪਣੇ ਸਿੱਖ ਥੀਜੇ ਹੋਣਗੇ, ਅਥਵਾ ਉਸ ਦੇਸ਼ ਵਿੱਚ ਵੀ ਜਾ ਕੇ ਆਪਣੇ ਗੁਰਸਿੱਖ ਜਿਹੜੇ ਆ ਉਹ ਥੀਜੇ ਬਣਾਓ। ਗੁਰਮਤਿ ਦਾ ਪ੍ਰਚਾਰ ਕਰਕੇ ਗੁਰਸਿੱਖੀ ਵਿੱਚ ਵਾਧਾ ਕਰੋ। ਸੁਨ ਮਾਤ ਬਾਕ ਗੁਰ ਭਾਖਾ। ਮਾਤਾ ਜੀ ਦੇ ਬਚਨ ਸੁਣੇ ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਤੁਮ ਕਹਿਓ ਨਾ ਮੋਹਿ ਆਬ ਨਾਖਾ। ਮਾਤਾ ਜੀ ਤੁਹਾਡਾ ਕਿਹਾ ਹੁਣ ਅਸੀਂ ਮੋੜ ਨਹੀਂ ਸਕਦੇ, ਤੁਹਾਡਾ ਹੁਕਮ ਸਾਡੇ ਸਿਰ ਮਸਤਿਸ਼ਟ ਤੇ ਹੈ। ਮੋਹਿ ਭੇਜਿਓ ਪੁਰਖ ਅਕਾਲਾ। ਪਰ ਮਾਤਾ ਜੀ ਇਹ ਵੀ ਗੱਲ ਹੀ ਨਾਲ ਹੀ ਸੁਣ ਲੋ ਕਿ ਸਾਨੂੰ ਅਕਾਲ ਪੁਰਖ ਨੇ ਭੇਜਿਆ ਹੈ। ਉਸ ਅਕਾਲ ਪੁਰਖ ਨੇ ਮੈਂ ਆਪਣਾ ਸੁਤ ਤੋਹੇ ਨਿਵਾਜਿਆ, ਪੰਥ ਪ੍ਰਚਰ ਕਰਬੇ ਕਉ ਸਾਜਾ। ਸੀ ਅਕਾਲ ਪੁਰਖ ਦੇ ਭੇਜੇ ਹੋਏ ਮਾਤਾ ਜੀ ਇਸ ਮਾਤ ਲੋਕ ਚ ਆਏ ਹਾਂ। ਰਣ ਕਰਬੇ ਹੇਤ ਕਰਾਲਾ। ਸਾਡਾ ਆਗਮਨ ਹੀ ਭਿਅੰਕਰ ਜੰਗ ਕਰਨ ਵਾਸਤੇ ਹੋਇਆ ਹੈ। ਗਾਨ ਦੁਸ਼ਟਨ ਕੇ ਤਨ ਖੰਡੋ। ਸਮੂਹ ਦੁਸ਼ਟਾਂ ਦੇ ਤਨ ਜਿਹੜੇ ਉਹਨਾਂ ਨੂੰ ਨਾਸ ਕਰਨ ਹੇਤੂ ਅਸੀਂ ਆਏ ਹਾਂ। ਛਿਤਸ਼ੀਨ ਜ਼ੋਰ ਤੇ ਦੰਡੋ। ਦੁਸ਼ਟਾਂ ਦੇ ਕੋਲੋਂ ਛਿਤ ਭੂਮੀ ਖੋਹ ਕੇ ਤੇ ਦੁਸ਼ਟਾਂ ਨੂੰ ਦੰਡਿਤ ਕਰਾਂਗੇ ਅਸੀਂ। ਨਹਿ ਸਾਧ ਬਨੇ ਕੋ ਜਾਣੇ। ਇਹ ਸਾਧ ਬਣੇ ਨੂੰ ਜਾਣਦੀ ਕੀ ਹੈ ਖਲਕਤ। ਇਸ ਖਲਕਤ ਦੇ ਅੱਗੋਂ ਸਾਧੂ ਪੁਣਾ ਜੇ ਕੋਈ ਧਾਰਨ ਕਰੇ ਤੇ ਖਲਕਤ ਜਾਣਦੀ ਕੀ ਹੈ। ਸਾਧੂ ਪੁਣੇ ਵਿੱਚ ਰਹਿ ਹੀ ਹੈ ਨਾ। ਸ਼ਾਂਤਮਈ ਸਰੂਪ ਵਿੱਚ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਸ਼ਹਾਦਤ ਦਿੱਤੀ ਹੋਈ ਹੈ ਨਾ। ਸ਼ਾਂਤ ਸਰੂਪ ਦੇ ਵਿੱਚ ਪਿਤਾ ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਸ਼ਹਾਦਤ ਦੇ ਹੀ ਗਏ ਹੈ ਨਾ। ਸ਼ਾਂਤੀ ਨੂੰ ਸਾਧੂ ਪੁਣੇ ਨੂੰ ਇਹ ਖਲਕਤ ਸਮਝਦੀ ਕੀ ਹੈ। ਪੁਰਸ਼ਾਰਥ ਕੋ ਜਗ ਮਾਨੇ। ਜਗਤ ਵਿੱਚ ਪੁਰਸ਼ਾਰਥ ਮੰਨਿਆ ਜਾਂਦਾ ਹੈ। ਸ਼ਾਂਤ ਰਹਿ ਕੇ ਵੇਖ ਲਿਆ ਹੈ ਇਹ ਖਲਕਤ ਦੇ ਵਿੱਚ ਕਿਸੇ ਅੰਦਰ ਵੀ ਇਸ ਸੂਰਮਤਾ ਬਹਾਦਰੀ ਦਾ ਜਿਹੜਾ ਜਲਵਾ ਹੈ ਉਹ ਅੰਦਰ ਵਿਦਿਤ ਨਹੀਂ ਹੋਇਆ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹੀਦੀ ਨੇ ਕਿਸੇ ਨੂੰ ਝੰਜੋਲਿਆ ਸੀ
ਕੋਈ ਖੜ ਕੇ ਜ਼ੁਲਮ ਦੇ ਸਾਹਮਣੇ ਟੱਕਰ ਲੈਣ ਵਾਸਤੇ ਖੜਾ ਹੋਇਆ ਸੀ, ਉਦੋਂ ਵੀ ਦਾਦਾ ਗੁਰੂ ਜੀ ਨੂੰ ਸਾਹਮਣੇ ਆ ਕੇ ਜ਼ੁਲਮ ਦਾ ਟਾਕਰਾ ਕਰਨਾ ਪਿਆ ਤੇ ਖਲਕਤ ਨੂੰ ਦੱਸਣਾ ਪਿਆ ਕਿ ਜ਼ੁਲਮ ਦੇ ਅੱਗੋਂ ਝੁਕੀਦਾ ਨਹੀਂ ਹੈ, ਸਾਹਮਣੇ ਡਟ ਕੇ ਮੁਕਾਬਲਾ ਕਰੀਦਾ। ਜੇ ਪਿਤਾ ਗੁਰੂ ਜੀ ਦੀ ਸ਼ਹਾਦਤ ਧਰਮ ਦੀ ਖਾਤਰ ਜਿਨ੍ਹਾਂ ਨੇ ਤਿਲਕ ਜੰਜੂ ਦੀ ਰਾਖੀ ਵਾਸਤੇ ਜ਼ੁਲਮ ਦੇ ਨਾਲ ਟੱਕਰ ਲੈਂਦਿਆਂ ਹੋਇਆਂ ਸ਼ਾਂਤਮਈ ਸ਼ਹਾਦਤ ਦੇ ਦਿੱਤੀ ਹੈ, ਕਿ ਦੁਸ਼ਟ ਲੋਕ ਟਲੇ ਹਨ, ਕਿ ਦੁਸ਼ਟ ਲੋਕ ਬਾਜ ਆਏ ਹਨ, ਜਾਂ ਖਲਕਤ ਦੇ ਵਿੱਚ ਕਿਸੇ ਅੰਦਰ ਖੂਨ ਖੌਲਿਆ ਹੈ, ਅਸੀਂ ਦੁਸ਼ਟਾਂ ਦਾ ਡਟ ਕੇ ਮੁਕਾਬਲਾ ਕਰੀਏ। ਸੋ ਮਾਤਾ ਸ਼੍ਰੀ ਜੀ, ਇਹ ਖਲਕਤ ਸਾਧ ਪੁਣੇ ਨੂੰ ਨਹੀਂ ਜਾਣਦੀ, ਪੁਰਸ਼ਾਰਥ ਕੋ ਜਗ ਮਾਨੇ, ਇਹ ਬਲ ਨੂੰ ਜਾਣਦੀ ਹੈ। ਮੂਰਖ ਗੰਢ ਪਵੈ ਮੋਹਿ ਮਾਰ, ਮੂਰਖਾਂ ਨੂੰ ਗੰਢ ਉਦੋਂ ਪੈਂਦੀ ਹੈ ਜਦੋਂ ਮੂੰਹ ਤੇ ਮਾਰ ਪਵੇ, ਤੇ ਸਾਡਾ ਆਗਮਨ ਹੀ ਮੂਰਖਾਂ ਨੂੰ ਗੰਢ ਪਾਉਣ ਵਾਸਤੇ ਹੋਇਆ। ਅਸੀਂ ਡਟ ਕੇ ਰਣ ਭੂਮੀ ਵਿੱਚ ਸ਼ਤਰੂ ਦੇ ਨਾਲ ਲੋਹਾ ਲੈਣ ਹੇਤੂ ਆਏ ਹਾਂ। ਦੁਸ਼ਟਾਂ ਦਾ ਵਿਨਾਸ਼ ਕਰਾਂਗੇ, ਸੰਤਾਂ ਨੂੰ ਉਬਾਰਾਂਗੇ, ਦੁਸ਼ਟਤਾਈ ਦਾ ਨਾਸ ਕਰਾਂਗੇ, ਸਾਧਤਾਈ ਨੂੰ ਜਗਤ ਵਿੱਚ ਵਿਦਿਤ ਕਰਾਂਗੇ। ਇਮ ਸ਼ਤਰੂ ਤੇ ਧਾਰ ਤਰਾਸਾ, ਇਸ ਤਰ੍ਹਾਂ ਸ਼ਤਰੂ ਕੋਲੋਂ ਡਰ ਧਾਰਨ ਕਰਕੇ ਤੋ ਹੋਏ ਹੈ ਕੇਤ ਮਾਮ ਬਾਸਾ। ਫਿਰ ਕਿੱਥੇ ਸਾਡਾ ਵਾਸ ਹੋ ਸਕਦਾ? ਅਸੀਂ ਸ਼ਤਰੂ ਤੋਂ ਡਰਨ ਵਾਸਤੇ ਨਹੀਂ ਆਏ ਹਾਂ ਮਾਤਾ ਜੀ, ਸ਼ਤਰੂ ਨੂੰ ਡਰਾਉਣ ਆਏ ਹਾਂ। ਸਭ ਚਾਹੇ ਹੈ ਮੋਹਿ ਦਬਾਇਓ, ਸਾਰੇ ਸਾਨੂੰ ਦਬਾਉਣਾ ਚਾਹੁੰਦੇ, ਉਧਰ ਮੁਗਲ ਦਬਾਉਣਾ ਚਾਹੁੰਦੇ ਆ, ਇੱਧਰ ਪਹਾੜੀਏ ਦਬਾਉਣਾ ਚਾਹੁੰਦੇ, ਅਸੀਂ ਦਬਣ ਵਾਲੇ ਨਹੀਂ ਹਾਂ। ਨਹਿ ਬਸਨ ਦੇਹੇ ਕੇਤ ਥਾਇਓ, ਇਸ ਤਰ੍ਹਾਂ ਹੀ ਅਸੀਂ ਦਬ ਕੇ ਚੱਲਦੇ ਰਹੇ, ਸਾਨੂੰ ਕਿਹੜੇ ਥਾਂ ਤੇ ਰਹਿਣ ਦੇਣਗੇ? ਇਹਨਾਂ ਤੇ ਸਾਨੂੰ ਕਿਤੇ ਰਹਿਣ ਹੀ ਨਹੀਂ ਦੇਣਾ। ਸੋਤ ਛਤਰੀ ਕੋ ਰਨ ਧਰਮਾ, ਅਸੀਂ ਛਤਰੀ ਦੇ ਪੁੱਤਰ ਹਾਂ ਤੇ ਰਣ ਕਰਨਾ ਸਾਡਾ ਧਰਮ ਹੈ, ਕਿਉਂਕਿ ਛਤਰੀ ਦਾ ਧਰਮ ਹੈ ਛਤਰੀ ਕੋ ਪੂਤ ਬਾਮਨ ਕੋ ਨਹਿ। ਤੇ ਛਤਰੀ ਦਾ ਧਰਮ ਹੈ ਕਿ ਸੂਰਬੀਰ ਬਚਨ ਕੇ ਬਲਿਓ, ਸੂਰਬੀਰ ਹੁੰਦਾ ਹੈ। ਛਤਰੀ ਦਾ ਧਰਮ ਹੈ ਕਿ ਪੁੰਨ ਦਾਨ ਕਾ ਕਰੈ ਸਰੀਰ, ਉਹ ਫਿਰ ਰਣ ਭੂਮੀ ਦੇ ਵਿੱਚ ਗਊ ਗਰੀਬ ਦੀ ਰੱਖਿਆ ਵਾਸਤੇ ਆਪਣਾ ਸੀਸ ਤੱਕ ਬਲੀਦਾਨ ਕਰ ਦਵੇ। ਖੱਤਰੀ ਦਾ ਐਸਾ ਧਰਮ ਹੁੰਦਾ ਤੇ ਅਸੀਂ ਖੱਤਰੀ ਹਾਂ, ਅਸੀਂ ਕੋਈ ਕਾਇਰ ਡਰਪੋਕ ਜਾਂ ਕੋਈ ਅਸੀਂ ਬਾਹਮਣ ਨਹੀਂ ਹਾਂ। ਨਹਿ ਤਿਆਗੋ ਮੈਂ ਸ਼ੁਭ ਕਰਮਾ, ਤੇ ਰਣ ਵਾਲਾ ਸ਼ੁਭ ਕਰਮ ਅਸੀਂ ਕਦੇ ਤਿਆਗਾਂਗੇ ਨਹੀਂ, ਛੱਡਾਂਗੇ ਨਹੀਂ। ਦੇ ਸਿੱਖਨ ਕਰ ਹਥਿਆਰਾ, ਅਸੀਂ ਆਪ ਖੱਤਰੀ ਹਾਂ, ਸਿੱਖਾਂ ਨੂੰ ਖੱਤਰੀ ਬਣਾਵਾਂਗੇ ਉਹਨਾਂ ਦੇ ਹੱਥ ਵਿੱਚ ਹਥਿਆਰ ਦੇ ਕਰਕੇ, ਕਿਉਂਕਿ ਛਤਰੀ ਸੋ ਜੋ ਕਰਮਾਂ ਕਾ ਸੂਰ, ਉਹੀ ਖੱਤਰੀ ਹੈ ਜੋ ਕਰਮਾਂ ਦਾ ਸੂਰਮਾ ਹੋਵੇ। ਛਤਰੀਆਂ ਦੇ ਘਰੇ ਜਨਮ ਲੈਣ ਨਾਲ ਕੋਈ ਖੱਤਰੀ ਨਹੀਂ ਬਣ ਜਾਂਦਾ, ਅਸੀਂ ਆਪਣੇ ਸਿੱਖਾਂ ਨੂੰ ਖੱਤਰੀ ਬਣਾਵਾਂਗੇ। ਬਿਥਰਾਵੋ ਜੰਗ ਅਖਾਰਾ, ਤੇ ਇਸ ਅਵਨੀ ਤਲ ਦੇ ਉੱਪਰ ਜੰਗ ਅਖਾੜੇ ਵਿਥਰਾਵਾਂਗੇ, ਜੰਗ ਅਖਾੜੇ ਰਚਾਂਗੇ। ਕਰ ਦੇਵਾਂ ਰੰਕਨ ਰਾਜੇ, ਤੇ ਗਰੀਬ ਗੁਰਸਿੱਖਾਂ ਨੂੰ ਅਸੀਂ ਪਾਤਸ਼ਾਹੀਆਂ ਦੇਣ ਆਏ ਹਾਂ, ਗਰੀਬ ਸਿੱਖਾਂ ਨੂੰ ਰਾਜੇ ਬਣਾਉਣ ਆਏ ਹਾਂ। ਹੋਏ ਰਾਜੇ ਰੰਕ ਨਿਲਾਜੇ, ਜਿਹੜੇ ਰਾਜੇ ਹਨ ਉਹ ਰੰਕ ਹੋ ਜਾਣਗੇ, ਨਿਲਾਜੇ ਨਿਲਾਜ ਹੋ ਜਾਣਗੇ, ਉਹ ਲੱਜਾ ਰਹਿਤ ਹੋ ਜਾਣਗੇ। ਤਬ ਜਾਨਹੁ ਮੋਰ ਪ੍ਰਤਾਪੂ, ਤਾਂ ਫਿਰ ਸਾਡਾ ਪ੍ਰਤਾਪ ਜਾਣਿਓ, ਅਥਵਾ ਸਾਰੀ ਖਲਕਤ ਜਾਣੇਗੀ। ਅਨਗਿਨਤ ਕਰੋ ਦਲ ਖਾਪੂ, ਅਨਗਿਨਤ ਸ਼ਤਰੂਆਂ ਦੇ ਦਲ ਦਾ ਅਸੀਂ ਖਾਪੂ ਨਾਸ ਕਰਾਂਗੇ। ਅਬ ਬਾਕ ਮਾਤ ਤੁਵ ਮਾਨਾ, ਮਾਤਾ ਸ਼੍ਰੀ ਜੀ ਹੁਣ ਤੁਹਾਡਾ ਹੁਕਮ ਸਿਰ ਮੱਥੇ ਤੇ ਹੈ, ਤੁਹਾਡਾ ਬਚਨ ਅਸੀਂ ਮੰਨ ਲਿਆ। ਕਰ ਦੇਹੋ ਪ੍ਰਾਤ ਪ੍ਰਸਥਾਨਾ, ਸਵੇਰੇ ਹੁਣ ਅਸੀਂ ਪ੍ਰਸਥਾਨ ਕਰਾਂਗੇ, ਸਵੇਰੇ ਚਾਲੇ ਪਾਵਾਂਗੇ ਨਾਹਣ ਵੱਲ ਨੂੰ।
ਪਰ ਫੇਰ ਨਾ ਮੋਹਿ ਹਟਾਵਹੁ। ਪਰ ਫਿਰ ਨਾ ਤੁਸੀਂ ਸਾਨੂੰ ਰੋਕਿਓ। ਹੁਣ ਤੁਹਾਡੇ ਕਹਿਣ ਤੋਂ ਅਸੀਂ ਚਲੇ ਜਾਂਦੇ ਹਾਂ ਨਾਹਣ, ਪਰ ਦੁਬਾਰਾ ਕੋਈ ਐਸੀ ਛਿੜੀ ਜੰਗ ਦੀ ਫਿਰ ਤੁਸੀਂ ਸਾਨੂੰ ਰੋਕਿਓ ਨਾ। ਨਿਜ ਉਰ ਤੇ ਤਰਾਸ ਫਿਰ ਮਿਟਾਵਹੁ। ਆਪਣੇ ਹਿਰਦੇ ਚੋਂ ਮਾਤਾ ਜੀ ਡਰ ਲਾ ਦਿਓ। ਜਿਹੜੇ ਜੰਗ ਦੇ ਪ੍ਰਣਾਮ ਨੂੰ ਲੈ ਕੇ ਤੁਹਾਡੇ ਮਨ ਵਿੱਚ ਚਿੰਤਾ ਬਣੀ ਹੋਈ ਹੈ ਨਾ, ਜੰਗ ਵਿੱਚ ਕੀ ਹੋ ਜਾਵੇਗਾ, ਕਿਉਂਕਿ ਜੰਗ ਵਿੱਚ ਕੁਝ ਵੀ ਹੋ ਸਕਦਾ ਹੈ। ਤੁਹਾਡੇ ਮਨ 'ਚ ਡਰ ਹੈ, ਜਾਂ ਸੰਭਵਤः ਹੈ ਜੰਗ ਜਿੱਤ ਵੀ ਲਿਆ ਗਿਆ ਜਾਂ ਜੰਗ ਫਤਿਹ ਵੀ ਹੋਇਆ ਤੇ ਮਗਰੋਂ ਸ਼ਤਰੂ ਸਾਨੂੰ ਸੁਖ ਪੂਰਵਕ ਕਿਤੇ ਰਹਿਣ ਨਹੀਂ ਦੇਣਗੇ। ਇਹ ਚਿੰਤਾ ਤੁਹਾਡੇ ਮਨ ਵਿੱਚ ਹੈ, ਪਰ ਮਾਤਾ ਸ਼੍ਰੀ ਜੀ ਤਿਆਗ ਦਿਓ। ਐਸੀ ਚਿੰਤਾ ਨਾ ਆਪਣੇ ਮਨ ਵਿੱਚ ਧਾਰਨ ਕਰਕੇ ਰੱਖੋ। ਜੰਗ ਦੇ ਪ੍ਰਣਾਮ ਨੂੰ ਲੈ ਕੇ ਮਨ ਵਿੱਚ ਸੋਚੋ ਜਾਂ ਚਿੰਤਤ ਨਾ ਹੋਵੋ। ਜੰਗ ਦਾ ਪ੍ਰਣਾਮ ਉਹੀ ਹੋਵੇਗਾ ਜੋ ਕਰਤਾਰ ਨੂੰ ਭਾਵੇਗਾ, ਤੇ ਜੋ ਕਰਤਾਰ ਨੂੰ ਭਾਉਂਦਾ ਹੈ ਉਹ ਕਦੇ ਬੁਰਾ ਹੁੰਦਾ ਨਹੀਂ ਹੈ। ਇਹ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਆਪਣੀ ਬਾਣੀ ਅੰਦਰ। ਸੋ ਕਿਉਂ ਚਿੰਤਾ ਕਰਦੇ ਹੋ? ਜੋ ਕਰਤਾਰ ਨੂੰ ਭਾਉਂਦਾ ਉਹੀ ਹੋਵੇਗਾ, ਸੋ ਕਰੇ ਜੇ ਤਿਸੈ ਰਜਾਏ। ਮਾਤਾ ਜੀ ਰਜਾ 'ਚ ਪ੍ਰਸੰਨ ਰਹੋ। ਤੁਹਾਡੇ ਕਹਿਣ ਤੋਂ ਅਸੀਂ ਰਾਹ ਨੂੰ ਜਾ ਰਹੇ ਹਾਂ। ਦੁਬਾਰਾ ਜੰਗ ਦੀ ਛਿੜੀ ਤੇ ਸਾਨੂੰ ਰੋਕਿਓ ਨਾ। ਅਸੀਂ ਜਿਸ ਕਾਰਜ ਹੈਤੂ ਆਏ ਹਾਂ ਇਸ ਮਾਤ ਲੋਕ ਤੇ ਉਹੀ ਕਾਰਜ ਕਰਾਂਗੇ। ਦੁਸ਼ਟਾਂ ਦਾ ਵਿਨਾਸ਼, ਸੰਤਾਂ ਨੂੰ ਉਬਾਰਾਂਗੇ ਤੇ ਧਰਮ ਦੀ ਪੁਨਰ ਸਥਾਪਨਾ ਕਰਾਂਗੇ। ਸੋ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਤੁਸ਼ ਬੁੱਧੀ ਦਾਸ ਜੀ ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਤ ਬਖਸ਼ਣ ਜੋ ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੇਸ਼ਟ ਮਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ ਪਰਲੋਕ ਸੁਹੇਲੇ ਕਰਨ। ਪਰ ਫੇਰ ਨਾ ਮੋਹਿ ਹਟਾਵਹੁ। ਨਿਜ ਉਰ ਤੇ ਤਰਾਸ ਮਿਟਾਵਹੁ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚੁਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸੀ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ ਜਾਗੈ ਸਦਾ ਵਿਵੇਕ। ਹੈ ਅਪਰੰਪਰ ਹਰਿ ਹਰੇ ਹੈ ਪੀ ਹੋਵਨ ਹਾਰ। ਹੈ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ। ਹੈ ਗੁਰੂ ਰਾਮਦਾਸ ਰੋਵੈ ਨਿਰਗੁਣ ਗੁਣ ਨਹੀਂ ਕੋਏ। ਨਾਨਕ ਤੀਜਾ ਨਾਮ ਦਾਨ ਰਾਖੋ ਹੀਐ ਪਰੋਏ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੈ ਪਾਰ। ਜੋ ਸ਼ਰਧਾ ਕਰ ਸੇਵ ਵਾਹਿਗੁਰੂ ਪਾਰਿ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵ ਵਾਹਿਗੁਰੂ ਪਾਰਿ ਉਤਾਰਨ ਹਾਰ। ਜਗ ਕਰ ਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ। ਗੁਰ ਅਕਾਲ ਤੇਗ ਤੇਗ ਫਤਿਹ ਗੁਰੂ ਖਾਲਸੇ ਦੀ ਹਰਮਦਾਨ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।